आते ने ना दाना खाक में मिलकर ही गुलो गुलजार होता है। दाना जमीन च असा सुट्टना है, उन्हें रोलना है, मिट्टी थल्ले होना है, तो फिर ही उत्थे जनाब जवानी होनी, तो उन्हें फल लैके ते सिट्टा बन के आना ते फायदा देना है। अगर थोड़े जी पै रहना हो सोहना तो लगना हो सैंपल बन के, लेकिन फायदा नहीं। इस वास्ते जरूरी यही है कि आप जानवरों की तुसीं ख्याल रखो, मुलाजमा दे ना छड्डो। सियाने आंदे ने जी पहला चट्टी फिर हट्टी ते बाद च खट्टी। ਇਹਦਾ मतलब की जे? ਇਹਦਾ मतलब ਇਹ ਹੈ ਕਿ ਕੋਈ ਵੀ ਕਾਰੋਬਾਰ ਤੁਸੀਂ ਕਰਨਾ ਹੈ, ਪਹਿਲਾਂ ਜੇਬ 'ਚੋਂ ਉਹਦੇ ਉੱਤੇ ਪੈਸੇ ਤੁਸੀਂ ਲਾਣੇ ਨੇ, ਤੁਹਾਨੂੰ ਚਟੀਓ ਹੀ ਪੈਣਾ, ਇਨਵੈਸਟ ਕਰਨਾ ਜੇ। ਫਿਰ ਉਸ ਤੋਂ ਬਾਅਦ ਜਨਾਬ ਤੁਹਾਡਾ ਉਹ ਇਨਵੈਸਟ ਕੀਤਾ ਹੋਇਆ ਇੱਕ ਦੁਕਾਨ ਦੀ ਸ਼ਕਲ 'ਚ ਆਏਗਾ, ਜਿਹਨੂੰ ਹੱਟੀ ਕਿਹਾ ਜਾਂਦਾ, ਦੁਕਾਨ ਮਾਰਕੀਟ। ਪ੍ਰੋਫਿਟ ਫਿਰ ਵੀ ਨਹੀਂ, ਫਿਰ ਜਾ ਕੇ ਤੁਹਾਨੂੰ ਤੀਸਰੇ ਸਾਲ ਜਾਂ ਤੀਸਰੇ ਸਟੈਪ 'ਤੇ ਤੁਹਾਨੂੰ ਜਨਾਬ ਪ੍ਰੋਫਿਟ ਆਏਗਾ, ਜਿਹਨੂੰ ਕਿ ਖੱਟੀ ਕਹਿੰਦੇ ਨੇ ਪੰਜਾਬੀ ਦੇ ਵਿੱਚ। ਮੁਨਾਫਾ ਸ਼ੁਰੂ ਹੋ ਜਾਏ। ਬੰਦਾ ਆਖੇ ਮੈਂ ਅੱਜ ਸ਼ੁਰੂ ਕੀਤਾ ਕੰਮ ਤੇ ਮੈਨੂੰ ਸ਼ਾਮ ਨੂੰ ਤੂੰ ਪੈਸਿਆਂ ਦਾ ਬੈਗ ਲੱਭ ਜੇ, ਇਹ ਜੇ ਕਦੇ ਵੀ ਨਹੀਂ ਹੁੰਦਾ। ਸਟੈਪ ਬਾਈ ਸਟੈਪ ਅੱਲਾਹ ਪਾਕ ਬਰਕਤ ਪਾਉਂਦੇ ਨੇ, ਬੰਦਾ ਨੀਅਤ ਨਾਲ ਕੰਮ ਕਰੇ, ਮਿਹਨਤ ਕਰੇ ਤੇ ਸਭ ਕੁਝ ਹੀ ਹਾਸਲ ਹੋ ਜਾਂਦਾ। ਅਸਲਨ ਇੱਕ ਮੱਝ ਤੁਸੀਂ ਚੰਗੀ ਨਸਲ ਦੀ, ਕੋਈ ਨੀਲੀ ਦੀ ਖਾਲਸ ਨੀਲੀ ਦੀ ਤੁਹਾਨੂੰ ਮਿਲ ਜਾਂਦੀ ਹੈ ਜੀ, ਜਿਹਦਾ ਘੱਟੋ ਘੱਟ 10 ਕਿਲੋ ਦੁੱਧ ਐਵਰੇਜ ਤੁਹਾਨੂੰ ਇੱਕ ਸਾਲ ਉਹ 10 ਮਹੀਨੇ ਦੇ ਜਾਂਦੀ ਹੈ। ਤੁਹਾਨੂੰ ਕਮ ਤੋਂ ਕਮ ਉਹ ਸਾਲ ਦਾ ਇੱਕ ਸੂਏ ਦਾ 1.5 ਤੋਂ 2 ਲੱਖ ਦੁੱਧ 'ਚੋਂ ਪ੍ਰੋਫਿਟ ਦੇਗੀ, ਖਰਚੇ ਕੱਢ ਕੇ। ਅਗਰ ਉਹਦਾ ਤੁਸੀਂ ਬੱਚਾ ਜਾਂ ਜਿਹੜਾ ਸਾਂਭ ਲਓ ਸਹੀ ਤਰੀਕੇ ਦੇ ਨਾਲ, ਉਹ ਵੀ 40 ਤੋਂ 50 ਹਜ਼ਾਰ ਦਾ ਇੱਕ ਸੂਏ ਦਾ ਤੁਸੀਂ ਤਿਆਰ ਕਰਕੇ ਵੇਚ ਸਕਦੇ ਹੋ। ਯਾਨੀ ਕਿ 2 ਲੱਖ ਰੁਪਈਆ ਦਿੰਦੀ ਹੈ ਮਿਹਨਤ ਕਰਨ ਵਾਲਿਆਂ ਨੂੰ, ਮਿਹਨਤ ਕਰਨ ਵਾਲਿਆਂ ਨੂੰ। ਠੀਕ। ਮੱਝਾਂ ਮੇਰੇ ਖਿਆਲ ਨਾਲ 5 ਤੋਂ 6 ਹੋਣੀਆਂ ਚਾਹੀਦੀਆਂ ਨੇ ਸਟਾਰਟ ਸ਼ੁਰੂ ਵਿੱਚ, ਤੋਂ 5-6। ਅਗਰ ਉਹ ਬੰਦਾ ਸਮਝਦਾ ਕਿ ਮੇਰੀ ਜਿਹੜੀ ਰੂਟੀਨ ਠੀਕ ਜਾ ਰਹੀ ਹੈ, ਤੇ ਫਿਰ ਉਹ ਜਿਹੜਾ 1-2 ਕਰਕੇ ਵਧਾਏ। 10-12 ਮੱਝਾਂ ਜਿਹੜੀਆਂ ਨੇ ਇੱਕ ਬੰਦੇ ਨੂੰ ਕਾਫੀ ਨੇ, ਬਜਾਏ ਇਸ ਦੇ ਕਿ ਉਹ 5 ਰੱਖੇ ਜਾਂ 30 ਰੱਖੇ। ਅਗਰ ਘਰ ਦੇ ਉਹਦੇ ਨਾਲ ਬੰਦੇ ਨਹੀਂ ਹੈ, ਉਹਨੂੰ 10-12 ਤੱਕ ਹੀ ਰੱਖਣਾ ਚਾਹੀਦਾ। ਅਸਾਂ ਨੀਲੀ ਦਾ ਇਲਾਕਾ ਜਿਹੜਾ ਆਰਫ ਵਾਲੇ ਤੋਂ ਅੱਗੇ ਕਬੂਲਾ ਹੋਤਾ, ਇਹਨਾਂ ਇਲਾਕਿਆਂ ਦੀ ਮੱਝ ਖਰੀਦੀ। ਉਹਨਾਂ ਮੱਝਾਂ ਦੀ ਐਵਰੇਜ ਚੰਗੀ ਹੈ, ਦੁੱਧ ਦੇਰ ਤੱਕ ਦੇਣ ਵਾਲੀਆਂ, 2-2 ਸਾਲ ਵੀ ਮੱਝਾਂ ਦੁੱਧ ਦਿੰਦੀਆਂ ਨੇ, ਐਵਰੇਜ ਚੰਗੀ। ਉਹ ਮੱਝਾਂ ਅਸਾਂ ਵੇਖੀਆਂ ਲੁੱਡਣ ਦੀਆਂ, ਤੋੜ ਬਿਹਾੜੀ ਤੱਕ, ਕਰਮਪੁਰ, ਇਹ ਸਾਰੇ ਇਲਾਕੇ ਦੀਆਂ ਮੱਝਾਂ ਚੰਗੀਆਂ ਮੱਝਾਂ। ਤੇ ਅਗਰ ਨੀਲੀ ਦੀ ਮੱਝ ਜਿਹੜੀ ਹੈ ਅੱਗੋਂ ਪਤਲੀ ਹੋਏਗੀ, ਪਿੱਛੋਂ ਚੌੜੀ ਹੋਏਗੀ, ਔਰ ਜਿਹੜੀ ਹੈ ਨਾ ਵੇਲ ਤਕਰੀਬਨ ਉਹਦੀ ਲੰਮੀ ਹੋਏਗੀ, ਮਾਸ ਤਕਰੀਬਨ ਉਹਦਾ ਨਰਮ ਹੋਏਗਾ। ਬਾਕੀ ਰਾਵੀ ਦੀ ਮੱਝ ਮੋਟੀ ਹੋਏਗੀ, ਸਿਰ ਤਕਰੀਬਨ ਐਡਾ ਮੋਟਾ ਤੇ ਨਾ ਹੋਏਗਾ, ਪਿੱਛੋਂ ਵੀ ਚੰਗੀ ਮੋਟੀ ਹੁੰਦੀ ਹੈ, ਬਰਾਬਰ ਜੀ ਮੱਝ ਹੁੰਦੀ ਹੈ, ਠੀਕ ਹੈ, ਤੇ ਸੋਹਣੀ ਸੁਰੱਖੀ ਚੰਗੀ ਹੁੰਦੀ ਹੈ। ਆਇਆ ਉਸ ਏਰੀਏ ਨੂੰ ਪਾਣੀ ਬੇਸ਼ੱਕ ਖਾਰਾ ਹੈ, ਲੇਕਿਨ ਇਹਨਾਂ ਜਾਨਵਰਾਂ ਵਾਸਤੇ ਉਹ ਸੋਹਣਾ। ਇੱਥੋਂ ਦੀ ਮੱਝ ਕੋ ਕਿਸੇ ਨਾ ਕੰਮ ਦੀ ਹੋਏਗੀ, ਉੱਥੇ ਜਾਏਗੀ, ਉਹ ਮੱਝ ਮੋਟੀ ਤਾਜ਼ੀ ਵੀ ਹੋ ਜਾਏਗੀ, ਦੁੱਧ ਵੀ ਚੰਗਾ ਦੇਣ ਲੱਗ ਪਏਗੀ। ਸਿਰਫ ਪਾਣੀ ਦੀ ਤਸੀਰ ਉਸ ਇਲਾਕੇ ਦੀ ਹੈ, ਅੱਲਾਹ ਤਾਲਾ ਨੇ। ਅਸੀਂ ਪੀਏ ਸਾਨੂੰ ਪਾਣੀ ਚੰਗਾ ਨਾ ਲੱਗੇਗਾ, ਮੱਝਾਂ ਵਾਸਤੇ ਉਹ ਸੋਨਾ। ਅਗਰ ਚੰਗਾ ਦੁੱਧ ਦਿੰਦੀ 4-5 ਕਿਲੋ ਵੀ ਪਾਣਾ ਚਾਹੀਦਾ, ਕਿਉਂਕਿ ਹੈਵੀ ਵੰਡਾ। ਇਹ ਦੋਵੇਂ ਚੀਜ਼ਾਂ ਕਿਲੋ ਕੌੜੀ ਖਾਲ ਜਿਹੜੀ ਮੱਝ ਖਾ ਜਾਏ ਨਾ ਸਰੋਂ ਦੀ, ਉਹ ਬੜੀ ਤਾਕਤ ਹੋ ਜਾਂਦੀ ਹੈ। ਅਗਰ ਉਹਦੇ ਵਿੱਚ 2 ਕਿਲੋ ਗੰਦਮ ਹੋ ਜਾਏ, ਤੇ ਇਹ ਦੂਸਰੇ ਵੰਡੇ ਤੁਸੀਂ 5-7 ਕਿਲੋ ਵੀ ਪਾ ਲਓ, ਫੇਸ ਇਹ 3 ਕਿਲੋ ਤੋਂ 4 ਕਿਲੋ ਪਾਉਣਾ ਚਾਹੀਦਾ। ਲਾ ਦੋ, ਬੜੀ ਅੱਲਾ ਦੀ ਇੱਕ ਮਖਲੂਕ ਹੈ। ਔਰ ਜਾਨਵਰ ਰੱਖੇ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਪਾਲਣਾ ਚਾਹੀਦਾ ਹੈ। ਇਹ ਨਹੀਂ ਵੇਖਣਾ ਚਾਹੀਦਾ ਕਿ ਸਾਨੂੰ ਇਹਦਾ ਨੁਕਸਾਨ ਹੈ ਜਾਂ ਘਾਟਾ ਹੈ। ਇਹਨਾਂ ਨੂੰ ਪ੍ਰੋਪਰ ਖੁਰਾਕ ਅੱਛੀ ਬਿਹਤਰ ਦੇਣੀ ਚਾਹੀਦੀ ਹੈ, ਵੰਡਾ ਸਹੀ ਪਾਓ। ਜਦੋਂ ਤੁਸੀਂ ਇਹਨਾਂ ਨੂੰ ਇੱਕ ਅੱਲਾਹ ਤਾਲਾ ਦੀ ਮਖਲੂਕ ਸਮਝ ਕੇ ਇਹਨਾਂ ਦੀ ਸੇਵਾ ਕਰੋਗੇ, ਤਾਂ ਤੁਹਾਨੂੰ ਲਾਜ਼ਮ ਅੱਲਾਹ ਤਾਲਾ ਬੇਪਨਾਹ ਫਾਇਦਾ ਦੇਣਗੇ। ਔਰ ਕਰਨਾ ਵੀ ਚਾਹੀਦਾ। ਅਗਰ ਮੱਝ ਜਾਂ ਡੇਅਰੀ ਬਣਾਉਣ ਦਾ ਤੁਹਾਨੂੰ ਸ਼ੌਕ ਹੈ, ਤੇ ਖੁਰਾਕ ਪਹਿਲਾਂ ਹੋਣੀ ਚਾਹੀਦੀ, ਵਾਫਰ ਹੋਣੀ ਚਾਹੀਦੀ, ਜ਼ਿਆਦਾ ਹੋਣੀ ਚਾਹੀਦੀ ਹੈ, ਤੇ ਫਿਰ ਮਸਾਲਾ ਆਪ ਹੀ ਇਨਸ਼ਾਅੱਲਾ ਬਣ ਜਾਣਗੀਆਂ ਜਦੋਂ ਲੋਕਾਂ ਨੂੰ ਨਜ਼ਰ ਆਏਗਾ ਕਿ ਬਾਕੀ ਇੱਥੋਂ ਫਾਇਦਾ ਹਾਸਲ ਹੁੰਦਾ ਹੈ। ਜਦੋਂ ਅਸਾਂ ਮੱਝਾਂ ਨੂੰ ਕੁਝ ਪਾਣਾ ਹੀ ਨਹੀਂ ਹੈ, ਨਾ ਵੰਡਾ ਪਾਣਾ, ਨਾ ਪੱਠੇ ਪਾਣੇ ਨੇ, ਇੱਕ ਅਸਾਂ 10 ਮੱਝਾਂ ਰੱਖੀਆਂ ਨੇ, ਤੇ ਵੀਗਾ ਪੱਠਿਆਂ ਦਾ ਜਾਂ 5 ਕਨਾਲਾਂ ਜਾਂ 1 ਪੈਲੀ ਬੀਜ ਜਾਣੀ, ਉਹਨਾਂ ਵਾਸਤੇ ਥੋੜ੍ਹੇ ਨੇ, ਉਹਨਾਂ ਭੁੱਖਿਆਂ ਨਹੀਂ ਸਹੀ ਰਹਿਣਾ, ਤੇ ਦੇਣਾ ਕੀ, ਤੇ ਬੰਦੇ ਦਾ ਕੰਗਾਲ ਹੀ ਹੋਣਾ, ਮਤਲਬ ਹੀ ਹੋਣਾ। ਲਾਜ਼ਮ ਹਫ਼ਤੇ 'ਚ 2 ਦਫਾ ਤੇਲ ਮਿਰਚ ਦੇਣੀ ਚਾਹੀਦੀ। ਉਹ ਮਸਾਲੇ ਦਾ ਮਸਾਲਾ ਹੈ, ਖੁਰਾਕ ਦੀ ਖੁਰਾਕ ਹੈ, ਤੇ ਤੁਹਾਡਾ ਕਿ ਦੁੱਧ ਦੀ ਲਿਮਟ ਨੂੰ ਬਰਕਰਾਰ ਰੱਖੇਗਾ। ਫਾਰਐਵਰ ਔਰ ਲਿਮਟ ਦੁੱਧ ਦੀ ਜਾਨਵਰ ਦੀ ਵਧਾਏਗਾ। ਜਿਹੜਾ ਐਥਿਨ ਦਾ ਤੇਲ ਦੇਣਾ, ਤੁਹਾਡਾ ਸੂਆ ਇਨਸ਼ਾਅੱਲਾ ਲੰਮਾ ਦੁੱਧ ਦੇਗਾ ਜਾਨਵਰ।
ਸਿਆਣੇ ਆਂਦੇ ਨੇ ਜੀ ਪਹਿਲਾਂ ਚੱਟੀ ਫਿਰ ਹੱਟੀ ਤੇ ਬਾਅਦ ਚ ਖੱਟੀ। ਇਹਦਾ ਮਤਲਬ ਕੀ ਜੇ? ਇਹਦਾ ਮਤਲਬ ਇਹ ਹੈ ਕਿ ਕੋਈ ਵੀ ਕਾਰੋਬਾਰ ਤੁਸੀਂ ਕਰਨਾ ਹੈ, ਪਹਿਲਾਂ ਜੇਬ ਚੋਂ ਉਹਦੇ ਉੱਤੇ ਪੈਸੇ ਤੁਸੀਂ ਲਾਣੇ ਨੇ, ਤੁਹਾਨੂੰ ਚਟੀਓ ਹੀ ਪੈਣਾ, ਇਨਵੈਸਟ ਕਰਨਾ ਜੇ। ਫਿਰ ਉਸ ਤੋਂ ਬਾਅਦ ਜਨਾਬ ਤੁਹਾਡਾ ਉਹ ਇਨਵੈਸਟ ਕੀਤਾ ਹੋਇਆ ਇੱਕ ਦੁਕਾਨ ਦੀ ਸ਼ਕਲ 'ਚ ਆਏਗਾ, ਜਿਹਨੂੰ ਹੱਟੀ ਕਿਹਾ ਜਾਂਦਾ, ਦੁਕਾਨ ਮਾਰਕੀਟ। ਪ੍ਰੋਫਿਟ ਫਿਰ ਵੀ ਨਹੀਂ, ਫਿਰ ਜਾ ਕੇ ਤੁਹਾਨੂੰ ਤੀਸਰੇ ਸਾਲ ਜਾਂ ਤੀਸਰੇ ਸਟੈਪ ਤੇ ਤੁਹਾਨੂੰ ਜਨਾਬ ਪ੍ਰੋਫਿਟ ਆਏਗਾ, ਜਿਹਨੂੰ ਕਿ ਖੱਟੀ ਕਹਿੰਦੇ ਨੇ ਪੰਜਾਬੀ ਦੇ ਵਿੱਚ, ਮੁਨਾਫਾ ਸ਼ੁਰੂ ਹੋ ਜਾਏਗਾ। ਹਾਂਜੀ, ਬੰਦਾ ਆਖੇ ਮੈਂ ਅੱਜ ਸ਼ੁਰੂ ਕੀਤਾ ਕੰਮ ਤੇ ਮੈਨੂੰ ਸ਼ਾਮ ਨੂੰ ਕੋਈ ਪੈਸਿਆਂ ਦਾ ਬੈਗ ਲੱਭ ਜੇ, ਇਹ ਜੇ ਕਦੇ ਵੀ ਨਹੀਂ ਹੁੰਦਾ। ਸਟੈਪ ਬਾਈ ਸਟੈਪ ਅੱਲਾਹ ਪਾਕ ਬਰਕਤ ਪਾਉਂਦੇ ਨੇ, ਬੰਦਾ ਨੀਅਤ ਨਾਲ ਕੰਮ ਕਰੇ, ਮਿਹਨਤ ਕਰੇ ਤੇ ਸਭ ਕੁਝ ਹੀ ਹਾਸਲ ਹੋ ਜਾਂਦਾ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਰਹਿਮਤੁल्लाह। ਪਿਆਰੇ ਵੀਰ, ਕੀ ਹਾਲ ਹੈ ਤੁਹਾਡਾ? ਜੀ ਅਲਹਮਦੁਲਿਲਾ, ਸ਼ੁਕਰ। ਤੁਸੀਂ ਸੁਣਾਓ ਖੈਰੀਅਤ? ਅਲਹਮਦੁਲਿਲਾ। ਆਪਣੇ ਵੀਰ ਦਾ ਨਾਂ ਕੀ ਹੈ? ਮੇਰਾ ਨਾਂ ਜੀ ਮਲਕ ਨਦੀਮ ਹੈ, ਅਲਮਰੂਫ ਹਾਫਜ਼ ਮੈਨੂੰ ਕਹਿੰਦੇ ਨੇ, ਹਾਫਜ਼ ਮਲਕ, ਹਾਫਜ਼ ਫਤਿਹ ਮੁਹੰਮਦ ਕਹਿ ਸਕਦੇ ਹੋ। ਤੇ ਇਲਾਕਾ ਕਿਹੜਾ ਜੇ? ਇਲਾਕਾ ਸਾਡਾ ਜਨਾਬ ਭੱਟੀ ਪੰਗੋ, ਪਿੰਡ ਦਾ ਨਾਂ, ਤਹਿਸੀਲ ਵਾਦੀਲਾ, ਗੁਜਰਨ ਵਾਲਾ। ਅੱਛਾ, ਤੁਸੀਂ ਦੱਸਿਆ ਕਿ ਬਾਹਰ ਇੱਕ ਛੋਟੀ ਜੀ ਕੰਪਨੀ ਸੀ, 18-20 ਬੰਦਿਆਂ ਦੀ ਕੰਪਨੀ ਛੱਡੀ, ਇੱਕ ਚਲਦਾ ਚਲਾਉਂਦਾ ਹੋਟਲ ਛੱਡਿਆ ਤੇ ਇਹ ਬੈਂਸਾਂ ਦੇ ਵਿੱਚ ਆ ਕੇ ਬਸੇਰਾ ਬਸਾਇਆ। ਐਸਾ ਕੀ ਲੱਭਾ ਇਹ ਮੱਝਾਂ ਵਿੱਚ ਕਿ ਇਹਨਾਂ ਵਿੱਚ ਆ ਕੇ ਡੇਰਾ ਲਾਇਆ? ਜਨਾਬ ਲੱਭਣਾ ਲਭਾਣਾ ਜਿਹੜਾ ਉਹ ਇੱਕ ਅਲੱਗਾ ਚੀਜ਼ ਹੈ ਕਿ ਹਦੀਸ ਸ਼ਰੀਫ ਦਾ ਮਫਹੂਮ ਹੈ ਕਿ ਅਫਜ਼ਲ ਤਰੀਨ ਰਿਜ਼ਕ ਉਹ ਹੋਵੇ ਜਿਹੜਾ ਤੁਹਾਡੇ ਘਰ ਦੇ ਕਰੀਬ ਹੋਵੇ। ਬਾਕੀ ਇਹ ਸਾਡਾ ਮਾਦਰ ਕੰਮ ਸੀ, ਆਪਣੇ ਵਤਨ ਨਾਲ ਸਾਡੀ ਮੁਹੱਬਤ ਸੀ, ਘਰ ਬਾਰ ਨੂੰ ਅਸੀਂ ਜ਼ਿਆਦਾਤਰ ਨਹੀਂ ਬਰਦਾਸ਼ਤ ਕਰ ਸਕੇ, ਘਰ ਨੂੰ ਹੀ ਅਲਹਮਦੁਲਿਲਾ ਤਰਜੀਹ ਦਿੱਤੀ, ਆਪਣੇ ਬਿਜ਼ਨਸ ਨੂੰ, ਆਪਣੇ ਮੁਲਕ ਨੂੰ ਆ ਗਏ ਹਾਂ। ਬਾਕੀ ਕਮਾਈ ਨਹੀਂ ਵੇਖੀ ਜਾਂਦੀ। ਅੱਛਾ, ਬਾਹਰ ਤੁਸੀਂ ਲੱਖਾਂ ਕਮਾਉਂਦੇ ਹੋ, ਦੋ ਵੱਡੇ ਵੱਡੇ ਸੈਟਅਪ ਛੱਡ ਕੇ ਇਹ ਮੱਝਾਂ ਵਿੱਚ ਆ ਕੇ ਦਿਲ ਆਇਆ, ਇਸ ਫੈਸਲੇ ਤੇ ਖੁਸ਼ ਵੀ ਹੋ? ਅਲਹਮਦੁਲਿਲਾ ਖੁਸ਼ ਸਾਂ ਦੇ ਆਏ ਹਾਂ। ਅਗਰ ਮੈਂ ਪੁੱਛਾਂ ਕਿ ਇਸ ਕੰਮ ਵਿੱਚ ਆ ਕੇ ਕੀ ਪਾਇਆ ਤੇ ਕੀ ਖੋਇਆ ਤੇ ਕੀ ਕਹੋਗੇ? ਪਾਣਾ ਜਾਂ ਖੋਣਾ ਇਹ ਨਸੀਬ ਦੀਆਂ ਗੱਲਾਂ ਹੁੰਦੀਆਂ ਨੇ, ਜੋ ਅੱਲਾਹ ਤਾਲਾ ਨੂੰ ਮਨਜ਼ੂਰ ਹੈ ਉਹੀ ਹੋਣਾ ਹੁੰਦਾ। ਬੰਦੇ ਦੀਆਂ ਲੱਖ ਕੋਸ਼ਿਸ਼ਾਂ ਹੁੰਦੀਆਂ, ਬਾਕੀ ਇਨਸਾਨ ਦੀ ਮਿਹਨਤ ਹੁੰਦੀ ਹੈ। ਤੇ ਬਾਕੀ ਇਹ ਕੰਮ ਹੈ ਜੋ ਵੀ ਹੈ, ਇਹ ਬਰਕਤ ਵਾਲਾ ਕੰਮ ਹੈ। ਕੋਈ ਵੀ ਬੰਦਾ ਇਹਨੂੰ ਕਰੇਗਾ ਤੇ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਬਰਕਤ ਹੈ, ਕੋਈ ਨੁਕਸਾਨ ਨਹੀਂ ਹੈ ਅਗਰ ਮਿਹਨਤ ਕੀਤੀ ਜਾਵੇ ਇਹਦੇ ਉੱਤੇ ਤੇ। ਅੱਛਾ, ਆਮ ਤੌਰ ਤੇ ਮੱਝਾਂ ਦੇ ਕੰਮ ਨੂੰ ਇੱਕ ਔਖਾ ਕੰਮ ਕਿਹਾ ਜਾਂਦਾ ਹੈ ਤੇ ਬਾਅਦ ਲੋਕ ਇਸ ਕੰਮ ਨੂੰ ਜਿਹੜਾ ਕਰਦੇ ਨੇ ਉਹ ਚੀਖਾਂ ਵੀ ਮਾਰਦੇ ਨੇ। ਤੁਸੀਂ ਇਸ ਕੰਮ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਿਲਕੁਲ ਜਨਾਬ, ਇਹ 100% ਗੱਲ ਤੁਹਾਡੀ ਸੱਚ ਹੈ। ਚੀਖਾਂ ਵੀ ਵੱਜਦੀਆਂ ਨੇ, ਬੰਦੇ ਤੰਗ ਵੀ ਹੁੰਦੇ ਨੇ। ਕਿਉਂ? ਆਪਣੀ ਜਾਨ ਤੋਂ ਵੱਧ ਕੇ ਕੰਮ ਕਰ ਲੈਣਾ। ਜਿਵੇਂ ਇਕੱਲਾ ਕਰ ਬੰਦਾ, ਮੈਂ ਇਕੱਲਾ ਵਾਂ, ਅਲਹਮਦੁਲਿਲਾ ਭਾਈ ਕਾਫੀ ਨੇ ਇਸ ਫੀਲਡ ਦੇ ਵਿੱਚ, ਮੈਂ ਇਕੱਲਾ ਵਾਂ। ਜਦੋਂ ਫੀਲਡ ਦੇ ਵਿੱਚ ਜ਼ਿਆਦਾ ਭਾਈ ਹੋਣਗੇ, ਮਾਲਮੋਸ਼ੀ ਦਾ ਕੰਮ ਹੈ ਜਿਹਦਾ, ਉਹਦੇ 'ਚ ਇਕੱਲਾ ਬੰਦਾ ਜਿਹੜਾ ਤੰਗ ਹੋਏਗਾ, ਬਗਾਨੇ ਬੰਦੇ ਮੁਲਾਜ਼ਮ ਕਿਸੇ ਟਾਈਮ ਵੀ ਭੱਜਣ, ਨੱਸ ਜਾਣ, ਕੜਾ ਕਰਾ ਜਾਣ ਤੇ ਉਹ ਜ਼ਾਹਰ ਉਹਦੀਆਂ ਵਿੱਚ ਚੀਖਾਂ ਹੀ ਨਿਕਲਣੀਆਂ ਨੇ। ਕੰਮ ਥੋੜ੍ਹਾ ਜਿਹਾ ਹੋਏ ਜਿੰਨਾ ਇੱਕ ਬੰਦਾ ਇਕੱਲਾ ਸਾਂਭ ਸਕੇ, ਫਿਰ ਉਹਨੂੰ ਮੁਸ਼ਕਲ ਨਹੀਂ ਆਉਣ ਲੱਗੀ। ਤੇ ਜੀ ਅਗਰ ਜਿਨ੍ਹਾਂ ਦੇ ਘਰ ਦੇ ਨੇ ਉਹਨਾਂ ਵਾਸਤੇ ਕੋਈ ਮੁਸ਼ਕਲਾਂ ਨਹੀਂ ਹੈ, ਉਹਨਾਂ ਵਾਸਤੇ ਫਾਇਦੇ ਹੀ ਫਾਇਦੇ ਨੇ। ਤੁਸੀਂ ਪ੍ਰੋਪਰ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਪਏ ਹੋ? ਤਕਰੀਬਨ ਮੇਰੇ ਖਿਆਲ ਨਾਲ 23-24 ਸਾਲ ਹੋ ਗਏ ਨੇ ਅਲਹਮਦੁਲਿਲਾ ਇਸ ਕੰਮ 'ਚ, ਜਿਹਦੇ ਵਿੱਚੋਂ ਮੈਂ ਕੁਝ ਅਰਸਾ ਬਾਹਰ ਵੀ ਗਿਆ, ਕੰਮ ਪਿੱਛੇ ਸਿਲਸਿਲਾ ਚੱਲਦਾ ਰਿਹਾ ਇਸੇ ਤਰ੍ਹਾਂ। 24 ਸਾਲ ਦਾ ਐਕਸਪੀਰੀਅੰਸ ਹੈ ਮੇਰਾ। ਅੱਛਾ, ਤਾਂ ਸਾਨੂੰ ਸਕੀਮ ਸਮਝਾਓ ਕਿ ਇੱਕ ਮੱਝ ਅਗਰ ਬੰਦਾ ਲੇ ਤੇ ਇੱਕ ਮੱਝ ਸਾਲ ਵਿੱਚ ਤੁਹਾਡੇ ਕੋਲੋਂ ਕੀ ਲਏਗੀ ਤੇ ਤੁਹਾਨੂੰ ਕੀ ਦੇਗੀ? ਮੱਝ ਜੀ ਅਗਰ ਅੱਛੀ ਖਾਨਦਾਨੀ ਨਸਲੀ ਹੋਏਗੀ ਤੇ ਉਹ ਤੁਹਾਨੂੰ ਬੜਾ ਕੁਝ ਦੇਗੀ। ਅਗਰ ਤੁਹਾਨੂੰ ਮੱਝ ਕੋਈ ਉਹੋ ਜਿਹੀ ਢਿੱਲੀ ਮੱਠੀ ਬੇਨਸਲੀ ਲੱਭ ਗਈ, ਉਹਨੇ ਤੁਹਾਡੇ ਕੋਲ ਪੱਲਿਓਂ ਹੀ ਲੈਣਾ, ਕੋਈ ਫਾਇਦਾ ਨਹੀਂ ਦੇਗਾ। ਮਸਲਨ ਇੱਕ ਮੱਝ ਤੁਸੀਂ ਚੰਗੀ ਨਸਲ ਦੀ, ਕੋਈ ਨੀਲੀ ਦੀ, ਖਾਲਸ ਨੀਲੀ ਦੀ ਤੁਹਾਨੂੰ ਮਿਲ ਜਾਂਦੀ ਹੈ ਜੀ, ਜਿਹਦਾ ਘੱਟੋ ਘੱਟ 10 ਕਿਲੋ ਦੁੱਧ ਐਵਰੇਜ ਤੁਹਾਨੂੰ ਇੱਕ ਸਾਲ ਉਹ 10 ਮਹੀਨੇ ਦੇ ਜਾਂਦੀ ਹੈ। ਤੁਹਾਨੂੰ ਕਮ ਸੇ ਕਮ ਉਹ ਸਾਲ ਦਾ ਇੱਕ ਸੂਏ ਦਾ 1.5 ਤੋਂ 2 ਲੱਖ ਦੁੱਧ ਚੋਂ ਪ੍ਰੋਫਿਟ ਦੇਗੀ, ਖਰਚੇ ਕੱਢ ਕੇ। ਅਗਰ ਉਹਦਾ ਤੁਸੀਂ ਬੱਚਾ ਜਾਂ ਜਿਹੜਾ ਸਾਂਭ ਲਓ ਸਹੀ ਤਰੀਕੇ ਦੇ ਨਾਲ, ਉਹ ਵੀ 40 ਤੋਂ 50 ਹਜ਼ਾਰ ਦਾ ਇੱਕ ਸੂਏ ਦਾ ਤੁਸੀਂ ਤਿਆਰ ਕਰਕੇ ਵੇਚ ਸਕਦੇ ਹੋ। ਯਾਨੀ ਕਿ 2 ਲੱਖ ਰੁਪਈਆ ਦਿੰਦੀ ਹੈ ਮਿਹਨਤ ਕਰਨ ਵਾਲਿਆਂ ਨੂੰ। ਮਿਹਨਤ ਕਰਨ ਵਾਲਿਆਂ ਨੂੰ। ਠੀਕ।
ਅੱਛਾ, ਕੀ ਖਿਆਲ ਕਰਦੇ ਹੋ ਕਿ ਅਗਰ ਕੋਈ ਬੰਦਾ ਬਾਹਰੋਂ ਆ ਕੇ ਜਾਂ ਕੋਈ ਵੀ ਬੰਦਾ ਇਹ ਕੰਮ ਕਰਨਾ ਚਾਹੇ ਤੇ ਉਹਨੂੰ ਕਿੰਨੀਆਂ ਮੱਝਾਂ ਤੋਂ ਸਟਾਰਟ ਕਰਨਾ ਚਾਹੀਦਾ ਤਾਂ ਕਿ ਉਹ ਸੌਖਾ ਹੋ ਕੇ ਜ਼ਿੰਦਗੀ ਗੁਜ਼ਾਰੇ? ਮੱਝਾਂ ਮੇਰੇ ਖਿਆਲ ਨਾਲ 5 ਤੋਂ 6 ਹੋਣੀਆਂ ਚਾਹੀਦੀਆਂ ਸਟਾਰਟ ਸ਼ੁਰੂ ਵਿੱਚ। ਤੋਂ 5-6 ਅਗਰ ਉਹ ਬੰਦਾ ਸਮਝਦਾ ਕਿ ਮੇਰੀ ਜਿਹੜੀ ਰੂਟੀਨ ਠੀਕ ਜਾ ਰਹੀ ਹੈ ਤੇ ਫਿਰ ਉਹ ਜਿਹੜਾ 1-2 ਕਰਕੇ ਵਧਾਏ। 10-12 ਮੱਝਾਂ ਜਿਹੜੀਆਂ ਨੇ ਇੱਕ ਬੰਦੇ ਨੂੰ ਕਾਫੀ ਨੇ, ਬਜਾਏ ਇਸ ਦੇ ਕਿ ਉਹ 25 ਰੱਖੇ ਜਾਂ 30 ਰੱਖੇ। ਅਗਰ ਘਰ ਦੇ ਉਹਦੇ ਨਾਲ ਬੰਦੇ ਨਹੀਂ ਹੈ ਉਹਨੂੰ 10-12 ਤੱਕ ਹੀ ਰੱਖਣਾ ਚਾਹੀਦਾ। ਅੱਛਾ, ਉਸ ਬੰਦੇ ਨੂੰ ਮੱਝਾਂ ਕਿਹੜੀ ਨਸਲ ਦੀਆਂ ਤੇ ਕਿੱਥੋਂ ਲੈਣੀਆਂ ਚਾਹੀਦੀਆਂ? ਮੱਝਾਂ ਜਿਹੜੀਆਂ ਮੇਰੇ ਤਜਰਬੇ ਦੇ ਮੁਤਾਬਕ ਮੈਂ ਸਭ ਤੋਂ ਪਹਿਲਾਂ ਜਿਹੜੀ ਸ਼ੁਰੂ ਕੀਤੀ ਸੀ, ਆਹ ਰਾਵੀ ਦਾ ਇਲਾਕਾ, ਤਾਂਦਲਿਆਂ ਤੋਂ ਅੱਗੇ ਮਾਮੂਕਾਂਜ ਦਾ ਇਲਾਕਾ, ਰਾਵੀ ਤੋਂ ਆਉਂਦੀ ਸਾਰੀ ਉੱਥੋਂ ਲਈਦੀਆਂ ਸਨ ਤੇ ਮੱਝਾਂ ਠੀਕ ਸਨ, ਦੁੱਧ ਵਾਲੀਆਂ ਹੁੰਦੀਆਂ ਸਨ। ਉਹਨਾਂ 'ਚੋਂ ਮੱਝਾਂ ਸ਼ੁਰੂ 'ਚ ਦੁੱਧ ਚੰਗਾ ਦਿੰਦੀਆਂ ਸਨ, ਬਾਅਦ 'ਚ ਆ ਕੇ ਫਿਰ ਯਕਦਮ ਘਟ ਜਾਣਾ। ਫਿਰ ਉਸ ਤੋਂ ਬਾਅਦ ਅਸਾਂ ਨੀਲੀ ਦਾ ਇਲਾਕਾ ਜਿਹੜਾ ਆਰਫ ਵਾਲੇ ਤੋਂ ਅੱਗੇ ਕਬੂਲਾ ਹੋਤਾ, ਇਹਨਾਂ ਇਲਾਕਿਆਂ ਦੀ ਮੱਝ ਖਰੀਦੀ। ਉਹਨਾਂ ਮੱਝਾਂ ਦੀ ਐਵਰੇਜ ਚੰਗੀ ਹੈ, ਦੁੱਧ ਦੇਰ ਤੱਕ ਦੇਣ ਵਾਲੀਆਂ, 2-2 ਸਾਲ ਵੀ ਮੱਝਾਂ ਦੁੱਧ ਦਿੰਦੀਆਂ ਨੇ, ਐਵਰੇਜ ਚੰਗੀ। ਉਹ ਮੱਝਾਂ ਅਸਾਂ ਵੇਖੀਆਂ, ਲੁੱਡਣ ਦੀਆਂ ਤੋੜ ਬਿਹਾੜੀ ਤੱਕ, ਕਰਮਪੁਰ, ਇਹ ਸਾਰੇ ਇਲਾਕੇ ਦੀਆਂ ਮੱਝਾਂ ਚੰਗੀਆਂ ਮੱਝਾਂ। ਤੇ ਅਗਰ ਨੀਲੀ ਤੇ ਰਾਵੀ ਦੀ ਗੱਲ ਕਰੀਏ ਤੇ ਫਿਰ ਦੋਨਾਂ ਵਿੱਚੋਂ ਜ਼ਿਆਦਾ ਨੰਬਰ ਕਿਹਨੂੰ ਦੋਗੇ? ਨੀਲੀ ਨੂੰ। ਨੀਲੀ ਨੂੰ। ਤੇ ਨੀਲੀ ਰਾਵੀ ਦਾ ਕ੍ਰਾਸ ਕਿਸ ਤਰ੍ਹਾਂ ਦਾ ਹੋਏਗਾ? ਨੀਲੀ ਰਾਵੀ ਦਾ ਕਰਾਸ ਵੀ ਬੈਸਟ ਹੈ ਬਜਾਏ ਤੋਂ ਰਾਵੀ ਤੋਂ। ਰਾਵੀ ਮੱਝ ਜਿਹੜੀ ਹੈ ਸ਼ੁਰੂ 'ਚ ਦੁੱਧ ਚੰਗਾ ਦਿੰਦੀ, ਨੀਲੀ ਨੂੰ ਵੀ ਘਟ ਜਾਂਦੀ, ਬਾਹਰ ਜਾ ਕੇ ਮੱਠੀ ਪੈ ਜਾਂਦੀ। ਅੱਛਾ, ਨੀਲੀ 'ਚ ਤੇ ਰਾਵੀ 'ਚ ਫਰਕ ਦੱਸ ਛੜੋ। ਨੀਲੀ ਦੀ ਮੱਝ ਜਿਹੜੀ ਹੈ ਅੱਗੋਂ ਪਤਲੀ ਹੋਏਗੀ, ਪਿੱਛੋਂ ਚੌੜੀ ਹੋਏਗੀ, ਔਰ ਜਿਹੜੀ ਹੈ ਨਾ ਵੇਲ ਤਕਰੀਬਨ ਉਹਦੀ ਲੰਮੀ ਹੋਏਗੀ, ਮਾਸ ਤਕਰੀਬਨ ਉਹਦਾ ਨਰਮ ਹੋਏਗਾ। ਬਾਕੀ ਰਾਵੀ ਦੀ ਮੱਝ ਮੋਟੀ ਹੋਏਗੀ, ਸਿਰ ਤਕਰੀਬਨ ਐਡਾ ਮੋਟਾ ਤੇ ਨਾ ਹੋਏਗਾ, ਪਿੱਛੋਂ ਵੀ ਚੰਗੀ ਮੋਟੀ ਹੁੰਦੀ ਹੈ, ਬਰਾਬਰ ਜੀ ਮੱਝ ਹੁੰਦੀ ਹੈ, ਠੀਕ ਹੈ, ਤੇ ਸੋਹਣੀ ਸੁਰੱਖੀ ਚੰਗੀ ਹੁੰਦੀ ਹੈ ਰਾਵੀ ਦੀ ਮੱਝ। ਤੇ ਦੁੱਧ ਲੌਂਗ ਟਰਮ ਨੀਲੀ ਜ਼ਿਆਦਾ ਮਹੀਨੇ ਦੇ ਛੱਡਦੀ ਹੈ ਜਾਂ ਰਾਵੀ ਜ਼ਿਆਦਾ ਮਹੀਨੇ ਦੇ ਛੱਡਦੀ ਹੈ? ਨਹੀਂ ਜੀ, ਨੀਲੀ ਦੀ ਮੱਝ ਜਿਹੜੀ ਉਹ ਜ਼ਿਆਦਾ ਦਿੰਦੀ। ਸਤਲੁਜ ਦੇ ਕੰਢੇ ਦੇ ਨਾਲ ਨਾਲ ਜਿੰਨਾ ਵੀ ਆ ਸਾਈਵਾਲ ਤੋਂ ਪਰਾ ਸਤਲੁਜ ਦਰਿਆ ਲੱਗਦਾ, ਇਹ ਨੀਲੀ ਤੋਂ ਆਉਂਦੀ ਹੈ। ਬਹਾਵਲ ਨਗਰ ਦਾ ਇਲਾਕਾ ਹੈ, ਲੁੱਡਣ ਵੀ ਵਿੱਚ ਹੀ ਆ ਜਾਂਦਾ ਹੈ, ਆਰਫ ਵਾਲਾ, ਬੂਰੇ ਵਾਲਾ। ਅੱਛਾ ਨਦੀਰ ਸਾਹਿਬ, ਇੱਕ ਕਿਸਾਨ ਵੀਰ ਨੇ ਕਿਹਾ ਸੀ ਕਿ ਜਦੋਂ ਅਸੀਂ ਉਸ ਇਲਾਕੇ ਵਿੱਚੋਂ ਮੱਝ ਲੈ ਕੇ ਆਉਂਦੇ ਹਾਂ ਐਡੀ ਦੂਰ, ਉਹ ਸਾਡੇ ਇਲਾਕੇ ਵਿੱਚ ਬਾਜ਼ ਔਕਾਤ ਰਸ ਨਹੀਂ ਪੈਂਦੀ, ਉਹਦੀ ਵਜ੍ਹਾ ਦੱਸ ਸਕਦੇ ਹੋ ਕਿਉਂ ਐਸਾ ਲੋਕ ਕਹਿੰਦੇ ਨੇ? ਬਾਜ਼ ਔਕਾਤ ਇੰਝ ਹੁੰਦਾ ਕਿ ਪਾਣੀ ਹੈ ਸਾਡੇ ਇਲਾਕੇ ਦਾ, ਉਹਨਾਂ ਮੱਝਾਂ ਨੂੰ ਰਾਸ ਨਹੀਂ ਆਉਂਦਾ। ਕੁਝ ਵੰਡੇ ਜਿਹੜੇ ਨੇ ਉਹ ਲੋਕ ਕੁਝ ਹੋਰ ਪਾਉਂਦੇ ਨੇ, ਇੱਧਰ ਆ ਕੇ ਕੁਝ ਉਹਨਾਂ ਨੂੰ ਹੋਰ ਮਿਲ ਜਾਂਦਾ। ਪਾਣੀ ਦਾ ਹੀ ਬੜਾ ਵੱਡਾ ਮਸਲਾ ਹੈ, ਸਾਡੇ ਇਲਾਕੇ ਦੇ ਪਾਣੀ ਖਰਾਬ ਹੋ ਗਏ ਨੇ। ਇਹ ਪਾਣੀ ਦਾ ਹੀ ਮਸਲਾ ਵਜ੍ਹਾ ਤੋਂ ਹੀ ਉਹਨਾਂ ਇਲਾਕਿਆਂ ਦੇ ਵਿੱਚ ਇਹ ਬਖਸ਼ ਅੱਲਾਹ ਤਾਲਾ ਨੇ ਵਕਤ ਲਾਇਆ ਹੈ ਉਸ ਏਰੀਏ ਨੂੰ। ਪਾਣੀ ਬੇਸ਼ੱਕ ਖਾਰਾ ਹੈ ਲੇਕਿਨ ਇਹਨਾਂ ਜਾਨਵਰਾਂ ਵਾਸਤੇ ਉਹ ਸੋਨਾ। ਇੱਥੋਂ ਦੀ ਮੱਝ ਕੋ ਕਿਸੇ ਨਾ ਕੰਮ ਦੀ ਹੋਏਗੀ, ਉੱਥੇ ਜਾਏਗੀ, ਉਹ ਮੱਝ ਮੋਟੀ ਤਾਜ਼ੀ ਵੀ ਹੋ ਜਾਏਗੀ, ਦੁੱਧ ਵੀ ਚੰਗਾ ਦੇਣ ਲੱਗ ਪਏਗੀ। ਸਿਰਫ ਪਾਣੀ ਦੀ ਤਸੀਰ ਉਸ ਇਲਾਕੇ ਦੀ ਹੈ ਅੱਲਾਹ ਤਾਲਾ ਨੇ। ਅਸੀਂ ਪੀਏ ਸਾਨੂੰ ਉਹ ਪਾਣੀ ਚੰਗਾ ਨਾ ਲੱਗੇਗਾ, ਮੱਝਾਂ ਵਾਸਤੇ ਉਹ ਸੋਨਾ। ਅੱਛਾ, ਵੰਡੇ ਦੇ ਹਵਾਲੇ ਨਾਲ ਤੁਸੀਂ ਕਿਹਾ ਕਿ ਵੰਡੇ ਦੇ ਹਵਾਲੇ ਨਾਲ ਸਾਡੇ ਕਿਸਾਨ ਵੀਰ ਅਕਸਰ ਗਲਤੀਆਂ ਕਰਦੇ ਪਏ ਨੇ, ਉਹ ਵੰਡੇ ਦੀਆਂ ਕਿਹੜੀਆਂ ਗਲਤੀਆਂ ਕਰਦੇ ਨੇ ਤੇ ਉਹਨਾਂ ਦਾ ਜਾਨਵਰਾਂ ਨੂੰ ਕੀ ਨੁਕਸਾਨ ਹੁੰਦਾ ਹੈ? ਵੰਡਾ ਜੀ ਜਿਹੜਾ ਬਾਜ਼ਾਰ ਦਾ ਕੋਈ ਵੀ ਹੈ ਨਾ, ਤਕਰੀਬਨ 60 ਤੋਂ 70% ਲੋਕ ਜਿਹੜੇ ਨੇ ਮਿਲਾਵਟ ਕਰਦੇ ਨੇ, ਨਾਕਸ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ। ਸਾਡੇ ਇਲਾਕੇ ਦੇ ਵਿੱਚ ਇੱਕ ਮਿੱਲ ਹੈ, ਇੱਕੋ ਹੀ ਮਿੱਲ ਹੈ, ਤਕਰੀਬਨ ਅਸੀਂ ਵੇਖਦੇ ਹਰ ਰੋਜ਼ ਉੱਥੇ ਕੰਡਮ ਮਾਲ ਜਾਂਦਾ ਹੈ, ਨਾਕਸ ਜਿਹੜਾ ਇਸਤੇਮਾਲ ਕਰਨ ਦੇ ਲਾਇਕ ਨਹੀਂ, ਕੂੜਾ ਕਿਰਕਟ ਵੀ ਉਹਨੂੰ ਤੁਸੀਂ ਕਹਿ ਸਕਦੇ ਹੋ, ਜਿਹੜਾ ਖਾਂਦੇ ਬਜ਼ਰ ਬਣਾਉਣ ਵਾਸਤੇ ਉਹ ਇਸਤੇਮਾਲ ਕਰਦੇ ਨੇ। ਲੇਕਿਨ ਉਹ ਮੱਝਾਂ ਵਾਸਤੇ ਬਹੁਤ ਵੱਡੀ ਜ਼ਿਆਦਤੀ ਹੈ, ਜ਼ੁਲਮ ਹੈ। ਤੇ ਸਾਡਾ ਪਿੰਡ ਦੇ ਨਹੀਂ ਉਹਨੂੰ ਇਸਤੇਮਾਲ ਕਰਦਾ, ਲੇਕਿਨ ਬਾਹਰ ਦੇ ਲੋਕ ਉਹਨੂੰ ਪਾਉਂਦੇ ਨੇ, ਉਹਨਾਂ ਨੂੰ ਤਾਂ ਨਹੀਂ ਪਤਾ ਇਸ ਗੱਲ ਦਾ। ਜਿੰਨੇ ਵੀ ਇਹ ਖੁੱਲ੍ਹੇ ਵੰਡੇ ਬਣਦੇ ਨੇ, ਫੀਡਾਂ ਆ ਗਈਆਂ ਨੇ, ਇਹ ਸਭ ਜਿਹੜੇ ਨੇ 2 ਨੰਬਰ ਲੋਕ ਪਾਲਿਸ਼ ਪਾਊਡਰ ਚਾਵਲ ਦੀ ਜ਼ਿਆਦਾ ਇਸਤੇਮਾਲ ਕਰਦੇ ਨੇ, ਜਿਹੜੀ ਬਹੁਤ ਜ਼ਿਆਦਾ ਆਬਾਦੀ ਹੁੰਦੀ ਹੈ ਔਰ ਜਾਨਵਰਾਂ ਦੇ ਥਣਾਂ ਨੂੰ ਲੈ ਜਾਂਦੀ ਹੈ। ਥਣਾਂ ਦਾ ਬੜਾ ਮਸਲਾ ਹੈ ਜੀ, ਥੜ ਮਾਰੇ ਜਾਂਦੇ ਨੇ, ਸੋਜ਼ਸ਼ ਪੈ ਜਾਂਦੀ ਹੈ, ਬਹੁਤ ਹਵਾਨੇ ਦੀਆਂ ਜਿਹੜੀਆਂ ਨੇ ਜ਼ਹਿਰ ਬਾਦ ਨਿਕਲ ਹੁੰਦੇ ਨੇ। ਇਸ ਵਾਰ ਬੜੇ ਸਾਰੇ ਮਸਾਲੇ ਤੁਹਾਡੇ ਨਜ਼ਦੀਕ ਦੀ ਇੱਕ ਵੱਡੀ ਵਜ੍ਹਾ ਨਕਸ ਵੰਡਾ ਹੈ। ਅੱਛਾ, ਫਿਰ ਵੰਡੇ ਦਾ ਕੋਈ ਹੱਲ ਵੀ ਦੱਸੋ, ਇਹਦਾ ਹੱਲ ਕੀ ਕੀਤਾ ਜਾਏ? ਹਾਲੇ ਵੀ ਅਗਰ ਜੇ ਤੁਹਾਨੂੰ ਸ਼ੌਕ ਹੈ ਮੱਝਾਂ ਰੱਖਣ ਦਾ ਤੇ ਜਨਾਬ ਆਪਣੇ ਹੱਥ ਦਾ ਤਿਆਰ ਕਰਦਾ ਵੰਡਾ ਪਾਓ। ਨੁਸਖਾ ਦੱਸੋ ਵੰਡਾ ਬਣਾਉਣ ਦਾ। ਨੁਸਖਾ ਐਵੇਂ, ਅਸੀਂ ਕਣਕ ਘਰੋਂ ਵੇਚ ਆਉਂਦੇ ਸਸਤੀ,
ਚਲੋ ਐਤਕਾਂ ਤੇ 1400 ਰੁਪਏ ਗੰਦਮ ਦਾ ਰੇਟ ਹੈ, ਤੇ ਗੁਜ਼ਸ਼ਤਾ ਸਾਲਾਂ ਦੇ ਵਿੱਚ 1300 1200 1250 ਰੁਪਏ ਕਣਕ ਸੇਲ ਹੁੰਦੀ ਹੈ। ਅਸੀਂ ਜ਼ਿਮੀਂਦਾਰ ਉਹ ਘਰ ਨਹੀਂ ਰੱਖਦੇ, ਬਾਹਰੋਂ ਅਸੀਂ 1600 ਦਾ ਨੱਕ ਸਮੰਡਾ ਲਈ ਹੁੰਦੇ ਹਾਂ। ਘਰ 1200 ਦੀ ਮਨ ਨਹੀਂ ਰੱਖਦੇ, ਉਹ 1600 ਦਾ 39 kg ਦਾ ਅਸੀਂ ਲੈ ਕੇ ਆਉਂਦੇ ਹਾਂ ਤੇ ਉਹ ਪਾਉਂਦੇ ਹਾਂ ਜਾਨਵਰਾਂ ਨੂੰ। ਲੇਕਿਨ ਸਾਨੂੰ ਇਸਤੇਮਾਲ ਕਰਨੀ ਚਾਹੀਦੀ 5-6 ਮਹੀਨੇ 8 ਮਹੀਨੇ ਹੋਣ, ਅਪ੍ਰੈਲ ਤੋਂ ਲੈ ਕੇ ਗੰਦਮ ਕਣਕ ਲਵੋ, ਵਿੱਚ ਸਰਸੋਂ ਦੀ ਖਾਲ ਹੋਣੀ ਚਾਹੀਦੀ, ਕੋੜੀ ਖਾਲ ਹੋਣੀ ਚਾਹੀਦੀ ਹੈ। ਠੀਕ। ਅਗਰ ਤੁਸੀਂ ਸਮਝਦੇ ਹੋ ਉਹਦਾ ਦੋਵਾਂ ਚੀਜ਼ਾਂ ਦਾ ਦਲੀਆ ਕਰਕੇ ਉਹਨਾਂ ਨੂੰ ਮਿਕਸ ਕਰਕੇ ਪਾਓ, ਵਿੱਚ ਤੁਸੀਂ ਵਾਟਰ ਮਿਨਰਲ ਟੀ ਜਿਹੜਾ ਪਾਊਡਰ ਹੈ, ਕੈਲਸ਼ੀਅਮ ਪਾਊਡਰ, ਕੋਈ ਵੀ ਇੱਕ ਤੋੜੇ ਦੇ ਵਿੱਚ 1 ਜਾਂ 2 ਪਾ ਲਓ, DCP ਪਾਊਡਰ ਪਾ ਲਓ, ਸਮਝ ਲਿਓ ਇਸ ਚੀਜ਼ ਨੂੰ। ਤੇ ਅਲਹਮਦੁਲਿਲਾ ਉਹ ਦੁਨੀਆ ਦੇ ਸਾਰੇ ਜਿਹੜੇ ਬੜੇ ਬੜੇ ਦਾਅਵੇ ਕਰਦੇ ਨੇ ਨਾ, ਸਾਡਾ ਵੰਡਾ ਇੰਜ ਤੇ ਸਾਡਾ ਵੰਡਾ ਇੰਜ, ਉਹਨਾਂ ਸਾਰਿਆਂ ਨੂੰ ਇਨਸ਼ਾਅੱਲਾ ਤਾਲਾ ਪਿੱਛੇ ਛੱਡ ਦੇ। ਯਾਨੀ ਸਸਤਾ ਵੀ ਤੇ ਵਧੀਆ ਵੀ। ਸਸਤਾ ਵੀ, ਵਧੀਆ ਵੀ, ਸਿਹਤਮੰਦ ਵੀ, ਕੋਈ ਸਾਈਡ ਇਫੈਕਟ ਵੀ ਨਹੀਂ। ਇੱਕ ਮੱਝ ਨੂੰ ਰੋਜ਼ਾਨਾ ਕਿੰਨਾ ਕੁ ਵੱਡਾ ਦੇਣਾ ਚਾਹੀਦਾ? ਦੁੱਧ ਦੇ ਲਿਹਾਜ਼ ਨਾਲ ਆਉਂਦੇ ਨੇ ਕਿ ਜੀ ਜਿੰਨਾ ਮੱਝ ਦੁੱਧ ਦੇਵੇ ਉਹਦਾ ਅੱਧ ਹੋਣਾ ਚਾਹੀਦਾ, 2 ਕਿਲੋ ਦੁੱਧ ਨੂੰ 1 ਕਿਲੋ। ਲੇਕਿਨ ਅਸੀਂ ਆਨੇ ਕਿ ਮੱਝ ਨੂੰ 2 ਕਿਲੋ ਘੱਟੋ ਘੱਟ ਪੈਣਾ ਚਾਹੀਦਾ, ਜਿਹੜੀ ਮੱਝ 7-8 ਕਿਲੋ ਦੁੱਧ ਦਿੰਦੀ ਹੈ। ਅਗਰ ਚੰਗਾ ਦੁੱਧ ਦਿੰਦੀ 4-5 ਕਿਲੋ ਵੀ ਪਾਉਣਾ ਚਾਹੀਦਾ, ਕਿਉਂਕਿ ਹੈਵੀ ਵੰਡਾ ਇਹ ਦੋਵੇਂ ਚੀਜ਼ਾਂ ਕਿਲੋ ਕੌੜੀ ਖਾਲ ਜਿਹੜੀ ਮੱਝ ਖਾ ਜਾਏ ਨਾ ਸਰੋਂ ਦੀ, ਉਹ ਬੜੀ ਤਾਕਤ ਹੋ ਜਾਂਦੀ ਹੈ ਅਗਰ ਉਹਦੇ ਵਿੱਚ 2 ਕਿਲੋ ਗੰਦਮ ਹੋ ਜਾਏ। ਤੇ ਇਹ ਦੂਸਰੇ ਵੰਡੇ ਤੁਸੀਂ 5-7 ਕਿਲੋ ਵੀ ਪਾ ਲਓ ਤੇ ਬੇਸ ਹੈ। ਇਹ 3 ਕਿਲੋ ਤੋਂ 4 ਕਿਲੋ ਪਾਉਣਾ ਚਾਹੀਦਾ ਲਾ ਦੋ। ਬੜੀ ਕੀਮਤੀਆਂ ਗੱਲਾਂ ਕਰਦੇ ਪਿਓ, ਲੇਕਿਨ ਵੀਡੀਓ ਲੰਬੀ ਹੋਣ ਦਾ ਖਤਰਾ ਹੈ। ਐਂਡ ਤੇ ਮੈਂ ਪੁੱਛਾਂਗਾ, ਤੁਸੀਂ ਬਾਹਰ ਵੇਖਿਆ, ਬਾਹਰ ਰਹਿ ਕੇ ਆਏ ਹੋ, ਇੱਥੇ ਆ ਕੇ ਆਪਣੀ ਡੇਅਰੀ ਤੇ ਕਿਹੜੀ ਸਾਇੰਸ ਲੜਾਓਗੇ, ਕਿਹੜੀ ਨਵੀਂ ਟੈਕਨੋਲੋਜੀ, ਨਵੀਂ ਚੀਜ਼ ਲੈ ਕੇ ਆਓਗੇ ਕਿ ਲੋਕ ਤੁਹਾਨੂੰ ਵੇਖ ਕੇ ਤੁਹਾਡੀ ਪੈਰਵੀ ਕਰਨ, ਤੁਸੀਂ ਉਹਨਾਂ ਵਾਸਤੇ ਇੱਕ ਮਿਸਾਲ ਬਣੋ ਕਿ ਵੇਖੋ ਨਦੀਮ ਮਲਕ ਨੇ ਇਹ ਕੰਮ ਕੀਤਾ ਸੀ, ਉਹਨੂੰ ਇਹ ਫਾਇਦਾ ਹੋਇਆ, ਅਸੀਂ ਵੀ ਇਹ ਕੰਮ ਕਰ ਲਈਏ। ਕੀ ਮਿਸਾਲ ਕਾਇਮ ਕਰਨਾ ਚਾਹੋਗੇ? ਨਹੀਂ ਜੀ, ਮਿਸਾਲਾਂ ਜਿਹੜੇ ਨੇ ਉਹ ਅਸੀਂ ਨਹੀਂ ਕਰ ਸਕਦੇ। ਅਲਹਮਦੁਲਿਲਾ ਲੋਕ ਹੈ ਨੇ ਜਿਹੜੇ ਇਸ ਤਰੀਕੇ ਨਾਲ ਸਹੀ ਕਰਦੇ ਨੇ। ਅਸੀਂ ਤੇ ਬਸ ਇਹਨਾਂ ਨੂੰ ਮਖਲੂਕੇ ਖੁਦਾ ਸਮਝ ਕੇ ਇਹਨਾਂ ਦੀ ਜਿੰਨੀ ਹੋ ਸਕਦੀ ਸਾਡੇ ਕੋਲ ਕਰਨੇ ਪਏ। ਇਹ ਵੀ ਅੱਲਾ ਦੀ ਇੱਕ ਮਖਲੂਕ ਹੈ। ਬਿਲਕੁਲ। ਔਰ ਜਾਨਵਰ ਰੱਖੇ ਜੇ ਉਹਨਾਂ ਨੂੰ ਸਹੀ ਤਰੀਕੇ ਨਾਲ ਪਾਲਣਾ ਚਾਹੀਦਾ ਹੈ। ਇਹ ਨਹੀਂ ਵੇਖਣਾ ਚਾਹੀਦਾ ਕਿ ਸਾਨੂੰ ਇਹਦਾ ਹੀ ਨੁਕਸਾਨ ਹੈ ਜਾਂ ਘਾਟਾ ਹੈ। ਇਹਨਾਂ ਨੂੰ ਪ੍ਰੋਪਰ ਖੁਰਾਕ ਅੱਛੀ ਬਿਹਤਰ ਦੇਣੀ ਚਾਹੀਦੀ ਹੈ, ਵੰਡਾ ਸਹੀ ਪਾਓ। ਜਦੋਂ ਤੁਸੀਂ ਇਹਨਾਂ ਨੂੰ ਇੱਕ ਅੱਲਾਹ ਤਾਲਾ ਦੀ ਮਖਲੂਕ ਸਮਝ ਕੇ ਇਹਨਾਂ ਦੀ ਸੇਵਾ ਕਰੋਗੇ ਤਾਂ ਤੁਹਾਨੂੰ ਲਾਜ਼ਮ ਅੱਲਾਹ ਤਾਲਾ ਬੇਪਨਾਹ ਫਾਇਦਾ ਦੇਣਗੇ। ਔਰ ਕਰਨਾ ਵੀ ਚਾਹੀਦਾ। ਅਗਰ ਮੱਝ ਜਾਂ ਡੇਅਰੀ ਬਣਾਉਣ ਦਾ ਤੁਹਾਨੂੰ ਸ਼ੌਕ ਹੈ ਤੇ ਖੁਰਾਕ ਪਹਿਲਾਂ ਹੋਣੀ ਚਾਹੀਦੀ, ਵਾਫਰ ਹੋਣੀ ਚਾਹੀਦੀ, ਜ਼ਿਆਦਾ ਹੋਣੀ ਚਾਹੀਦੀ ਹੈ, ਤੇ ਫਿਰ ਮਸਾਲਾ ਆਪ ਹੀ ਇਨਸ਼ਾਅੱਲਾ ਬਣ ਜਾਣਗੀਆਂ ਜਦੋਂ ਲੋਕਾਂ ਨੂੰ ਨਜ਼ਰ ਆਏਗਾ ਕਿ ਬਾਕੀ ਇੱਥੋਂ ਫਾਇਦਾ ਹਾਸਲ ਹੁੰਦਾ ਹੈ। ਜਦੋਂ ਅਸਾਂ ਮੱਝਾਂ ਨੂੰ ਕੁਝ ਪਾਣਾ ਹੀ ਨਹੀਂ ਹੈ, ਨਾ ਵੰਡਾ ਪਾਣਾ ਨਾ ਪੱਠੇ ਪਾਣੇ ਨੇ, ਇੱਕ ਅਸਾਂ 10 ਮੱਝਾਂ ਰੱਖੀਆਂ ਨੇ ਤੇ ਵੀਗਾ ਪੱਠਿਆਂ ਦਾ ਜਾਂ 5 ਕਨਾਲਾਂ ਜਾਂ 1 ਪੈਲੀ ਬੀਜ ਜਾਣੀ, ਉਹਨਾਂ ਵਾਸਤੇ ਥੋੜ੍ਹੇ ਨੇ, ਉਹਨਾਂ ਭੁੱਖਿਆਂ ਨਹੀਂ ਸਹੀ ਰਹਿਣਾ ਤੇ ਦੇਣਾ ਕੀ, ਤੇ ਬੰਦੇ ਦਾ ਕੰਗਾਲ ਹੀ ਹੋਣਾ, ਮਕਰੂਹ ਹੀ ਹੋਣਾ। ਇਸ ਵਜ੍ਹਾ ਤੋਂ ਸਭ ਤੋਂ ਪਹਿਲੀ ਗੱਲ ਇਹ ਵੀ ਕੋਈ ਖੁਰਾਕ ਇਹਨਾਂ ਨੂੰ। ਪੱਠਿਆਂ ਦਾ ਬੜਾ ਖਰਚਾ ਆਉਂਦਾ ਹੈ ਤੇ ਤੁਸੀਂ ਕੋਈ ਤੂੜੀ ਜਾਂ ਸਾਇਲੇਜ ਇਹਦੀ ਕੀ ਸਕੀਮ ਲਾਉਂਦੇ ਹੋ? ਆਪਣੇ ਵਾਸਤੇ ਕੀ ਸੋਚਿਆ ਜੀ? ਪੱਠੇ ਜ਼ਿਆਦਾ ਵਾਫਰ ਮਿਕਦਾਰ 'ਚ ਬੀਜੀ ਦੇ ਨੇ, ਲੇਕਿਨ ਹੁਣ ਤੇ 1 ਸਾਲ ਤੋਂ ਅਸੀਂ ਨਾ ਸੈਲੇਜ ਦਾ ਵੀ ਇਨਸ਼ਾਅੱਲਾ ਤਾਲਾ ਤਜਰਬਾ ਕੀਤਾ ਹੈ। ਸੈਲੇਜ ਜ਼ਰੂਰੀ ਹੈ। ਡੇਅਰੀ ਬੰਦੇ 10-12 ਮੱਝਾਂ ਜਿਹਨੇ ਰੱਖੀਆਂ ਨੇ ਉਹਨੂੰ ਸੈਲੇਜ ਲਾਜ਼ਮ ਬਣਾਉਣਾ ਚਾਹੀਦਾ ਹੈ, 1 2 3 4 ਪੈਲੀਆਂ ਦਾ। ਫਿਰ ਉਹਨੂੰ ਪੱਠੇ ਘੱਟ ਨੇ ਵੱਧ ਨੇ ਉਹਦਾ ਮੁਸ਼ਕਲ ਨਹੀਂ, ਮੁਲਾਜ਼ਮ ਭੱਜ ਗਏ ਨੇ, ਨਸ ਗਏ ਨੇ, ਮੁਸ਼ਕਲ ਨਹੀਂ ਹੋਣ ਲੱਗੀ। ਸੈਲੇਜ ਲਾਜ਼ਮ ਜ਼ਰੂਰੀ ਹੋਣਾ ਚਾਹੀਦਾ ਹੈ। ਔਰ ਸੈਲੇਜ ਪਾਉਣੇ ਜਿਨ੍ਹਾਂ ਲੋਕਾਂ ਨੂੰ ਨਾਲ ਬੜੀ ਇਹਤਿਆਤ ਜ਼ਰੂਰੀ ਹੈ, ਬਲਕਿ ਆਮ ਲੋਕਾਂ ਨੂੰ ਵੀ, ਇਹ ਵੰਡੇ ਪਾਉਣ ਵਾਲਿਆਂ ਨੂੰ, ਇਹਨਾਂ ਨੂੰ ਮਸਾਲਾ ਜਿਹੜਾ ਉਹ ਲਾਜ਼ਮ ਪ੍ਰੋਪਰ ਇੱਕ ਲਿਮਟ ਦੇ ਮੁਤਾਬਕ ਦੇਣਾ ਚਾਹੀਦਾ। ਅੱਛਾ, ਸਾਇਲੇਜ ਸੁਣਿਆ ਗਰਮ ਹੁੰਦਾ ਹੈ ਜੀ, ਤੇ ਉਹ ਮਹੀਂ ਦੇ ਅੰਦਰ ਜਿਹੜਾ ਹੀਟ ਦਾ, ਜਾਨਵਰ ਦੇ ਅੰਦਰ ਹੀਟ ਦਾ ਲੈਵਲ ਕਾਇਮ ਰੱਖਣ ਵਾਸਤੇ ਉਹਦਾ ਕੀ ਕੋ ਹੱਲ ਕਰਨਾ ਚਾਹੀਦਾ? ਕੋਈ ਤੇਲ ਸ਼ੇਲ ਲਾਉਣ ਦੀ ਕੀ ਸਕੀਮ ਹੈ? ਕੀ ਕਰਦੇ ਹੋ? ਸਰੋਂ ਦਾ ਤੇਲ ਦੇਣਾ ਚਾਹੀਦਾ। ਅਗਰ ਸਰਦੀਆਂ ਨੇ ਤਾਂ ਉਹਨੂੰ ਮਾੜਾ ਜਿਹਾ ਬਾਲਾ ਦਵਾ ਕੇ ਮੱਝ ਪਾ ਕੇ ਦਿਓ। ਅਗਰ ਗਰਮੀਆਂ ਨੇ ਤਾਂ ਉਵੇਂ ਠੰਡਾ ਦਿਓ, ਵਿੱਚ ਦਹੀਂ ਪਾ ਸਕਦੇ ਹੋ। ਮੱਝ ਜ਼ਿਆਦਾ ਹੀਟ 'ਚ ਸਮਝਦੇ ਹੋ, ਦਹੀਂ ਪਾ ਲਓ, ਸ਼ੱਕਰ ਪਾ ਲਓ, ਸ਼ੱਕਰ ਨਾਲ ਚੀਨੀ ਪਾ ਲਓ। ਇੱਕ ਜਾਨਵਰ ਨੂੰ 1.5 ਪਾ ਜਾਂ ਅੱਧਾ ਕਿਲੋ ਤੇਲ ਹੋਣਾ ਚਾਹੀਦਾ, ਅੱਧ ਪਾ ਸ਼ੱਕਰ ਚੀਨੀ ਹੋਣੀ ਚਾਹੀਦੀ ਹੈ, ਪਾ ਜਾਂ ਦਹੀਂ ਹੋਣਾ ਚਾਹੀਦਾ ਇੱਕ ਜਾਨਵਰ ਦੀ ਖੁਰਾਕ। ਫਿਰ ਹੀਟ ਸ਼ੀਟ ਉਹਨੂੰ ਕੁਝ ਨਹੀਂ, ਹਫ਼ਤੇ 'ਚ ਤਕਰੀਬਨ 2 ਦਫਾ ਤਾਂ ਦੇਣਾ ਚਾਹੀਦਾ। ਅੱਛਾ, ਬਿਮਾਰੀਆਂ ਦੇ ਬੜੇ ਮਸਾਇਲ ਰਹਿੰਦੇ ਨੇ ਜੀ, ਥਣਾ ਦੇ ਮਸਲੇ ਆਮ ਨੇ, ਗਰਮ ਹੁੰਦੀਆਂ ਨੇ, ਬੰਦੀਆਂ ਨਹੀਂ, ਖਲੋਂਦੀਆਂ ਨਹੀਂ, ਬੇਸ਼ੁਮਾਰ ਚੀਜ਼ਾਂ ਨੇ। ਅੱਛਾ, ਇਸ ਤਰ੍ਹਾਂ ਦੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਹੈ ਕਿ ਵੱਡੇ ਵੱਡੇ ਮਸਲੇ ਮੱਝਾਂ ਨੂੰ ਸਾਹਮਣਾ ਕਰਨਾ ਪੈਂਦੇ ਨੇ ਤੇ ਉਹਨਾਂ ਦਾ ਇਲਾਜ ਫਿਰ ਕਿੰਜ ਕਰਨਾ ਚਾਹੀਦਾ? ਇਹ ਬਸ ਬਾਦੀ ਦੀ ਵਜ੍ਹਾ ਤੋਂ ਹੀ ਹੁੰਦੀਆਂ ਨੇ। ਖੁਰਾਕ ਜਦੋਂ ਕਿਸੇ ਨੇ ਬਾਦੀ ਜ਼ਿਆਦਾ ਜਾਨਵਰਾਂ ਨੂੰ ਪੈ ਜਾਣੀ। ਅੱਛਾ, ਬਾਦੀ ਕਿਉਂ ਹੁੰਦੀ ਹੈ ਤੇ ਬਾਦੀ ਕੀ ਹੁੰਦੀ ਹੈ? ਬਾਜ਼ ਔਕਾਤ ਤੇ ਪੱਠਿਆਂ ਦੀ ਵਜ੍ਹਾ ਤੋਂ ਹੁੰਦੀ ਹੈ। ਪੱਠੇ ਜ਼ਿਆਦਾ ਇਸਤੇਮਾਲ ਜਿਹੜਾ ਹਰਾ ਹੁੰਦਾ ਹੈ, ਜਦੋਂ ਜ਼ਿਆਦਾ ਅਸੀਂ ਵਾਫਰ ਪਾਉਂਦੇ ਹਾਂ ਉੱਤੇ ਭਿਉਂ ਕੇ ਵੱਡਾ ਪਾ ਛੱਡਦੇ ਹਾਂ, ਫਿਰ ਜ਼ਿਆਦਾ ਬਾਦੀ 'ਚ ਜਾਨਵਰ ਆ ਜਾਂਦੇ ਨੇ।
ਠੀਕ ਪ੍ਰੋਪਰ ਤਰੀਕੇ ਨਾਲ ਹਫਤੇ ਦੇ ਵਿੱਚ 2 ਦਫਾ ਲਾਜ਼ਮ ਤੇਲ ਮਾਲਿਸ਼ ਦੇਣੀ ਚਾਹੀਦੀ ਜਾਨਵਰ ਨੂੰ। ਬਾਦੀ ਨੂੰ ਖਤਮ ਠੰਡਾ ਵੀ ਕਰੇਗੀ। ਰਹਿੰਦਾ ਹੈ, ਗਰਮ ਵੀ ਨਹੀਂ ਹੋਏਗਾ ਹੂੰ ਤੇ ਦੁੱਧ ਵੀ ਉਹਦਾ ਘਟਣ ਨਹੀਂ ਲੱਗਾ, ਦੁੱਧ ਵੀ ਉਹਦਾ ਵਧਿਆ ਰਹੇਗਾ ਇਨਸ਼ਾਅੱਲਾ ਤਾਲਾ। ਲਾਜ਼ਮ ਹਫਤੇ 'ਚ 2 ਦਫਾ ਤੇਲ ਮਾਲਿਸ਼ ਦੇਣੀ ਚਾਹੀਦੀ। ਉਹ ਮਸਾਲੇ ਦਾ ਮਸਾਲਾ ਹੈ, ਖੁਰਾਕ ਦੀ ਖੁਰਾਕ ਹੈ ਤੇ ਤੁਹਾਡਾ ਇੱਕ ਦੁੱਧ ਦੀ ਲਿਮਟ ਨੂੰ ਬਰਕਰਾਰ ਰੱਖੇਗਾ। ਫਾਰਐਵਰ ਔਰ ਲਿਮਟ ਦੁੱਧ ਦੀ ਜਾਨਵਰ ਦੀ ਵਧਾਏਗਾ। ਜਿਹੜਾ ਐਥਿਨ ਦਾ ਤੇਲ ਦੇਣਾ ਤੁਹਾਡਾ ਸੂਆ ਇਨਸ਼ਾਅੱਲਾ ਲੰਮਾ ਦੁੱਧ ਦੇਗਾ ਜਾਨਵਰ। ਇਹਦੇ ਇਲਾਵਾ ਕੋਈ ਐਸਾ ਗੁਰ ਤੁਸੀਂ ਸਿੱਖਿਆ, ਕੋਈ ਐਸੀ ਗੱਲ ਬਾਕੀ ਕੋਈ ਇਹ ਹੈ ਕਿ ਕੋਈ ਵੀ ਕੰਮ ਹੈ ਮਿਹਨਤ ਕਰਕੇ ਬੰਦਾ ਆਖੇ ਮੁਲਾਜ਼ਮਾਂ ਦੇ ਛੜੀ ਉਹਨੇ ਕੁਝ ਨਹੀਂ ਹਾसिल करना। वो आते ने ना दाना खाक में मिलकर ही गुलो गुलजार होता है। दाना जमीन च असा सुट्टना है, उन्हें रोलना है, मिट्टी थल्ले होना है तो फिर ही उत्ते जनाब जवानी होनी तो उन्हें फल लैके ते सिट्टा बन के आना तो फायदा देना है। अगर तोड़े जी पै रहना हो सोहना तो लगना हो सैंपल बन के, लेकिन फायदा नहीं। इस वास्ते जरूरी यही है कि आप जानवरों की ख्याल रखो, मुलाजमा दे ना छड्डो, हर जानवर झाती मारो। इन की मसाइल है जानवर के अक्सर वेखे साढ़े कई जानवर नुकसान करते हैं, बंदे दसते नहीं। सोई सोई होंगी ठंड साड़ू होया होंदा चोक परां हटदे ने, लेकिन प्रॉपर आप मालक नूं 2 टाइम देखना चाहिए। ਨਦੀਮ ਸਾਹਿਬ ਜਜ਼ਾਕੱਲਾ, ਤੁਹਾਡੀਆਂ ਸੋਹਣੀਆਂ ਗੱਲਾਂ ਸੁਣ ਕੇ ਅਗਰ ਕੋਈ ਕਿਸਾਨ ਵੀਰ ਪਾਕਿਸਤਾਨ ਵਿੱਚੋਂ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ, ਕੋਈ ਸਲਾਹ ਮਸ਼ਵਰਾ ਕਰਨਾ ਚਾਹੇ ਤੇ ਉਹਦੀ ਕੋਈ ਰਹਿਨਮਾਈ ਕਰੋਗੇ ਕਿ ਜਾਂ ਫਿਰ ਨੰਬਰ ਨਹੀਂ ਦੋਗੇ? नहीं जी, जिन्हें जो गए इंशाअल्लाह ताला किसी कोई किसी मोमन भरा तो फायदा होना चाहिए। किसी वास्ते आसानी पैदा करना भी एक सदका जारी है। अलहमदुलिल्लाह जिन्ना साडा इलम है असीं दसांगे। ਤੇ ਫਿਰ ਨੰਬਰ ਬੋਲੋ ਜ਼ਰਾ ਆਪਣਾ। 0347 ਜੀ 40 44 001। ਸਰ ਬਹੁਤ ਬਹੁਤ ਸ਼ੁਕਰੀਆ।